ਵਾਹਿਗੁਰੂ ਸਾਹਿਬ ਜੀ। ਡੰਡੋਤ ਵੰਦਨ ਕਵਾਰ। ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਜੀਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ। ਜਿਹਾ ਤੂੰ ਕਰਾਏ ਤਿਆ ਕਰੀ ਵਖਿਆਨ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਛੰਤ ਅਨਕਾਏ ਰਾਤੜਿਆ ਵਾਟ ਦਹੇਲੀ ਰਾਮ। ਭਾਵ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ। ਕੋਇ ਨ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਗੁਣ ਗੋਪਾਲ ਨ ਜਪੇ ਰਸਨਾ ਫਿਰ ਕਦੋਂ ਸੇ ਦੇਹ ਆਵੇ। ਤਰਵਰ ਵਿਸ਼ੁੰਨੇ ਨ ਪਾਤ ਜੁੜਤੇ ਜਮ ਮਗ ਗੌਣ ਅਕੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਪਾਵਨ ਵਿਚਾਰ ਲੜੀਵਾਰ ਜੋ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ ਤੇ ਦੇ ਤਹਿਤ ਰਾਗ ਬਿਹਾਗੜਾ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 546 ਅਤੇ 547 ਅੰਗ ਤੇ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਜੋ ਮਨੁੱਖ ਪਰਮਾਰਥ ਵੱਲੋਂ ਭੁੱਲਿਆ ਹੋਇਆ ਹੈ ਅਤੇ ਗਫਲਤ ਦੀ ਨੀਂਦ ਸੁੱਤਾ ਹੋਇਆ ਹੈ ਉਸ ਨੂੰ ਉਪਦੇਸ਼ ਕਰਦੇ ਨੇ ਕਿ ਇਹ ਮਨੁੱਖ ਤੇਰੇ ਇਸ ਸੰਸਾਰ ਤੋਂ ਪਰਲੋਕ ਦਾ ਜੋ ਅਗਲੇਰਾ ਪੰਧ ਹੈ ਬੜਾ ਲੰਮੇਰਾ ਹੈ। ਉਸ ਲੰਮੇਰੇ ਪੰਧ ਨੂੰ ਜੇਕਰ ਸੁਖ ਪੂਰਵਕ ਕੱਟਣਾ ਚਾਹੁੰਦਾ ਹੈ ਤਾਂ ਵਾਹਿਗੁਰੂ ਦਾ ਨਾਮ ਜਪ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਵਚਨਾਂ ਨਾਲ ਸਾਂਝ ਪਾਈਏ। ਇਹ ਸ਼ਬਦ ਦੀਆਂ ਜੋ ਦੋ ਪਹਿਲੀਆਂ ਪੌੜੀਆਂ ਹਨ
ਉਹ ਵਿਚਾਰ ਆਪਾਂ ਕੱਲ ਵੀ ਕੁਝ ਸਰਵਣ ਕੀਤੀ ਸੀ। ਸਹਿ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਹਨ। ਬਿਹਾਗੜਾ ਮਹੱਲਾ ਪੰਜਵਾਂ। ਸ਼ੰਤ। ਬਿਹਾਗੜਾ ਰਾਗ ਦੇ ਵਿੱਚ ਸ਼ੰਤ ਰੂਪ ਵਿੱਚ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ। ਅਨ ਕਾਏ ਰਾਤੜਿਆ ਵਾਟ ਦਹੇਲੀ ਰਾਮ। ਐ ਮਨੁੱਖ, ਤੂੰ ਹੋਰ ਹੋਰ ਚੀਜ਼ਾਂ ਵਿੱਚ ਕਿਉਂ ਰੱਤਾ ਹੋਇਆ ਹੈ? ਤੇਰੀ ਅਗਲੀ ਵਾਟ ਉਹ ਪੈਂਡਾ ਬੜਾ ਦੁੱਖ ਰੂਪ ਹੈ। ਪਾਪ ਕਮਾਵਦਿਆਂ ਤੇਰਾ ਕੋਈ ਨਾ ਵੇਲੀ ਰਾਮ। ਉਹ ਜਿਹੜਾ ਰਸਤਾ ਹੈ ਬੜਾ ਔਖਾ ਹੈ। ਜੇ ਤੂੰ ਪਾਪ ਕਮਾਵੇਂਗਾ ਤੇ ਉਸ ਰਸਤੇ ਵਿੱਚ ਰੱਬ ਨੇ ਤੇਰਾ ਸਹਾਇਕ ਨਹੀਂ ਹੋਣਾ। ਕੋਈ ਨਾ ਵੇਲੀ ਹੋਏ ਤੇਰਾ ਸਦਾ ਪਛੋਤਾਵੇ। ਸੰਸਾਰ ਦੀ ਕੋਈ ਵੀ ਵਸਤੂ, ਕੋਈ ਪਰਿਵਾਰ ਦਾ ਸੰਬੰਧੀ, ਕੋਈ ਵੀ ਤੇਰਾ ਬੇਲੀ ਨਹੀਂ ਹੋਵੇਗਾ। ਜਦੋਂ ਇਹ ਸਰੀਰ ਤੇਰੇ ਕੋਲ ਨਾ ਰਿਹਾ ਫਿਰ ਤੈਨੂੰ ਬੜਾ ਪਛਤਾਣਾ ਪਵੇਗਾ। ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ। ਵਾਹਿਗੁਰੂ ਦੇ ਗੁਣ ਨਾ ਗਾਏ, ਨਾਮ ਨਾ ਜਪਿਆ ਇਹ ਰਸਨਾ, ਫਿਰ ਕਦੋਂ ਉਹ ਦਿਨ ਇਹ ਮੁੜ ਕੇ ਆਉਣਗੇ। ਭਾਵ ਇਹ ਸਰੀਰ ਵਾਰ-ਵਾਰ ਪ੍ਰਾਪਤ ਨਹੀਂ ਹੁੰਦਾ। ਤਰਵਰ ਵਸੁਨੇ ਨੈ ਪਾਤ ਜੁੜਦੇ, ਜਮ ਮਗ ਗੌਣ ਅਕੇਲੀ। ਜਿਵੇਂ ਦਰਖਤ ਨਾਲੋਂ ਟੁੱਟੇ ਹੋਏ ਪੱਤੇ ਮੁੜ ਕੇ ਉਹਦੇ ਨਾਲ ਨਹੀਂ ਜੁੜਦੇ, ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਮੁੜ ਕੇ ਇਹ ਦੇਹੀ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀ। ਔਰ ਜਿਹੜਾ ਜਮਾਂ ਦਾ ਮਾਰਗ ਹੈ ਉੱਥੇ ਤੈਨੂੰ ਇਕੱਲੇ ਨੂੰ ਹੀ ਜਾਣਾ ਪਵੇਗਾ। ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦਹੇਲੀ। ਤੇ ਨਾਮ ਤੋਂ ਬਿਨਾਂ ਸਦਾ ਤੂੰ ਦੁਖੀ ਹੋਈ ਫਿਰਦੀ ਰਹੇਗੀ, ਭਟਕਦੀ ਰਹੇਗੀ ਇਹ ਆਤਮਾ। ਇਸ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰ। ਤੂੰ ਬਲਵੰਤ ਚਲੂ ਕਰੇ ਸਭ ਜਾਣੈ ਜਾਣੀ ਰਾਮ। ਮਨੁੱਖ ਛੁਪ ਕੇ ਬੜੇ ਬਹੁਤ ਤਰ੍ਹਾਂ ਦੇ ਪਾਪ ਠੱਗੀਆਂ ਬਲਵੰਤ ਕਰਦਾ ਹੈ ਤੇ ਸੋਚਦਾ ਹੈ ਮੈਨੂੰ ਕੋਈ ਨਹੀਂ ਦੇਖਦਾ। ਪਰ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਨਿਰੰਕਾਰ ਤਾਂ ਜਾਣੀ ਜਾਣ ਹੈ। ਉਹ ਸਭ ਕੁਝ ਜਾਣਦਾ ਹੈ। ਲੇਖਾ ਧਰਮ ਪਿਆ ਤਿਲ ਪੀੜੇ ਕਹਾਣੀ ਰਾਮ। ਧਰਮ ਰਾਜਾ ਫਿਰ ਇਸ ਕਰਮਾਂ ਦਾ ਲੇਖਾ ਜਦੋਂ ਲੈਂਦਾ ਹੈ ਤੇ ਮਨੁੱਖ ਨੇ ਜੇ ਪਾਪ ਕਰਮ ਕੀਤੇ ਨੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੁੱਖ ਮਿਲਦਾ ਹੈ ਜਿਵੇਂ ਤਿਲਾਂ ਨੂੰ ਤਿਲਾਂ ਦੀ ਕਹਾਣੀ ਪੀੜੀ ਜਾਂਦੀ ਹੈ। ਜਿਵੇਂ ਤਿਲਾਂ ਨੂੰ ਪੇੜ ਕੇ ਕੋਲੂ ਦੇ ਵਿੱਚ ਤਿਲ ਕੱਢਿਆ ਜਾਂਦਾ ਹੈ। ਕਿਰਤ ਕਮਾਣੇ ਦੁਖ ਸੋ ਪ੍ਰਾਣੀ ਅਨਗ ਜੋਨ ਪਰਮਾਇਆ। ਆਪਣੇ ਕੀਤੇ ਹੋਏ ਕਰਮਾਂ ਦੁਆਰਾ ਜੀਵ ਫਿਰ ਦੁੱਖ ਭੋਗਦਾ ਹੈ ਔਰ ਅਨਗ ਜੂਨੀਆਂ ਵਿੱਚ ਇਹਨੂੰ ਭਰਮਾਇਆ ਜਾਂਦਾ ਹੈ। ਮਹਾਮੋਹਣੀ ਸੰਗ ਰਾਤਾ ਰਤਨ ਜਨਮ ਗਵਾਇਆ। ਇਹ ਜਿਹੜੀ ਮਾਇਆ ਹੈ ਮਹਾਮੋਹਣੀ ਹੈ, ਭਾਵ ਸਭ ਤੋਂ ਵੱਡੀ ਹੈ, ਜੀਵ ਨੂੰ ਲੁਭਾਏਮਾਨ ਕਰਨ ਵਾਲੀ ਹੈ। ਇਹਦੇ ਪਿੱਛੇ ਲੱਗ ਕੇ ਜੀਵ ਨੇ ਆਪਣਾ ਕੀਮਤੀ ਰਤਨਾ ਵਰਗਾ ਜਨਮ ਗਵਾ ਲਿਆ। ਇੱਕ ਸਹਰ ਕੇ ਨਾਮ ਬਾਝੋਂ ਆਨ ਕਾਜ ਸਿਆਣੀ। ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੰਮਾਂ ਨੂੰ ਕਰਨ ਵਿੱਚ ਮਨੁੱਖ ਬੜੀ ਸਿਆਣਪ ਮੱਤ ਵਰਤਦਾ ਰਿਹਾ ਹੈ, ਬੜੀ ਸਿਆਣਪ ਨਾਲ ਕਰਦਾ ਰਿਹਾ ਹੈ। ਵਾਹਿਗੁਰੂ ਦੇ ਨਾਮ ਵਾਲੇ ਪਾਸੇ ਇਹਨੇ ਧਿਆਨ ਨਹੀਂ ਕੀਤਾ, ਕਦੀ ਵਿਚਾਰ ਨਹੀਂ ਕੀਤੀ। ਬਿਨਵੰਤ ਨਾਨਕ ਲੇਖ ਲਿਖਿਆ ਪਰਮ ਮੋਲ ਬਾਣੀ। ਬੇਨਤੀ ਸਹਿਤ ਮਹਾਰਾਜ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਜੀਵ ਨੇ ਕਰਮ ਕੀਤੇ ਉਸੇ ਤਰ੍ਹਾਂ ਦਾ ਇਹਦੇ ਮਸਤਕ 'ਤੇ ਲੇਖ ਲਿਖਿਆ ਜਾਂਦਾ ਹੈ ਤੇ ਉਹਦੇ ਮੁਤਾਬਕ ਹੀ ਇਹ ਜੀਵ ਫਿਰ ਭਟਕਦਾ ਹੈ, ਦੁਨੀਆਂ ਦੇ ਵਿੱਚ ਦੁੱਖ ਪਾਉਂਦਾ ਹੈ। ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹ ਲੁਭਾਣੀ। ਤੇ ਉਹਦੇ ਮੁਤਾਬਕ ਇਹ ਜੀਵ ਭਰਮ ਵਿੱਚ ਪਿਆ ਹੋਇਆ ਫਿਰ ਸੰਸਾਰ ਦੇ ਪਦਾਰਥਾਂ ਵਿੱਚ ਲੁਭਾਏਮਾਨ ਹੋ ਕੇ ਜੁੜਿਆ ਰਹਿੰਦਾ ਹੈ। ਆਪਾਂ ਵੇਖੀਏ ਪਸ਼ੂ ਵੀ ਭਰਮ ਵਿੱਚ ਪੈਂਦੇ ਨੇ, ਉਹਨਾਂ ਅੰਦਰ ਵੀ ਲੋਭ ਹੈ, ਮੋਹ ਹੈ।
ਇਹ ਸਾਰੀਆਂ ਗੱਲਾਂ ਉਹਨਾਂ ਦੇ ਅੰਦਰ ਵੀ ਹਨ। ਤੇ ਇਹ ਕਿਉਂ ਹਨ? ਕਿਉਂਕਿ ਪਿਛਲੇ ਕਰਮ ਐਸੇ ਕੀਤੇ ਹੋਏ ਹਨ। ਬੀਚ ਨਾ ਕੋਏ ਕਰੇ ਅਕਿਰਤ ਘਾਣ ਵਿਛੜ ਪਿਆ। ਇਹਦੀ ਫਿਰ ਵਿਚੋਲਗੀ ਕੋਈ ਨਹੀਂ ਕਰਦਾ, ਕਿਉਂਕਿ ਇਹ ਅਕਿਰਤ ਘਣ ਜੀਵ ਹੈ। ਜਿਸ ਰੱਬ ਨੇ ਸਾਰਾ ਕੁਝ ਦਿੱਤਾ ਉਹਦਾ ਸ਼ੁਕਰਾਨਾ ਹੀ ਨਹੀਂ ਕਰਦਾ, ਉਸ ਦਾ ਨਾਮ ਹੀ ਨਹੀਂ ਜਪਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਫਿਰ ਇਹਦਾ ਵਿਛੋੜਾ ਪੈ ਜਾਂਦਾ ਹੈ। ਆਏ ਖਰੇ ਕਠਨ ਜਮ ਕੰਕਰ ਪਕੜ ਲਿਆ। ਜਿਹੜੇ ਬੜੇ ਹੀ ਕਠਨ ਜਮ ਦੂਤ ਸਨ, ਬੜੇ ਦੁੱਖ ਦੇਣ ਵਾਲੇ, ਬੜੇ ਭਿਆਨਕ, ਉਹ ਜਮ ਲੈਣ ਵਾਸਤੇ ਆ ਗਏ। ਉਹਨਾਂ ਨੇ ਜੀਵ ਨੂੰ ਪਕੜ ਲੈਣਾ ਕੀਤਾ। ਪਕੜੇ ਚਲਾਇਆ ਆਪਣਾ ਕਮਾਇਆ, ਮਹਾਮੋਣੀ ਰਾਤਿਆ। ਮਾਇਆ ਦੇ ਵਿੱਚ ਹੀ ਰਤਾ ਰਿਹਾ। ਮਹਾਮੋਣੀ ਮਾਇਆ ਜੋ ਵੱਡੇ ਚਲਿੱਤਰ ਵਾਲੀ ਹੈ, ਜੀਵ ਨੂੰ ਮੋਹਿਤ ਕਰਨ ਵਾਲੀ ਹੈ, ਉਹਦੇ ਪਿੱਛੇ ਲੱਗ ਕੇ ਹੋਰ ਹੋਰ ਕਰਮ ਕਰਦਾ ਰਿਹਾ। ਇਸ ਕਰਕੇ ਇਹਨੂੰ ਜਮਾਂ ਨੇ ਪਕੜ ਲਿਆ ਹੈ। ਮਹਾਰਾਜ ਫਰਮਾਨ ਕਰਦੇ ਨੇ, ਗੁਣ ਗੋਵਿੰਦ ਗੁਰਮੁਖ ਨਾ ਜਪਿਆ, ਤਪਤ ਥਮ ਗਲ ਲਾਤਿਆ। ਗੁਰੂ ਵਾਲਾ ਬਣ ਕੇ ਨਾਮ ਨਹੀਂ ਜਪਿਆ, ਵਾਹਿਗੁਰੂ ਦੇ ਗੁਣ ਨਹੀਂ ਗਾਏ, ਤਪਦੇ ਹੋਏ ਥੰਮਾਂ ਨਾਲ ਉੱਥੇ ਕਹਿੰਦੇ ਆਤਮਾ ਨੂੰ ਲਾਇਆ ਜਾਂਦਾ ਹੈ, ਸਜ਼ਾ ਦਿੱਤੀ ਜਾਂਦੀ ਹੈ। ਤਪਦੇ ਹੋਏ ਥੰਮਾਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਕਾਮ ਕ੍ਰੋਧ ਅਹੰਕਾਰ ਮੂਠਾ ਖੋਏ, ਗਿਆਨ ਪਛਤਾਪਿਆ। ਮਹਾਰਾਜ ਕਹਿੰਦੇ ਪੰਜੇ ਵਿਕਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹਨਾਂ ਨੇ ਇਸ ਨੂੰ ਠੱਗ ਲਿਆ, ਕਿਉਂਕਿ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ। ਔਰ ਆਤਮਿਕ ਗਿਆਨ ਖੋਏ, ਗਿਆਨ ਪਛਤਾਪਿਆ। ਆਤਮਿਕ ਗਿਆਨ ਗਵਾ ਕੇ ਫਿਰ ਪਛਤਾਉਂਦਾ ਹੈ ਜੀਵ। ਆਪਣੇ ਆਪ ਦਾ ਜਿਹੜਾ ਇਹਨੂੰ ਗਿਆਨ ਸੀ ਉਹ ਭੁੱਲ ਗਿਆ, ਮਾਇਆ ਦੇ ਵਿੱਚ ਲੱਗ ਕੇ, ਵਿਸ਼ੇ ਵਿਕਾਰਾਂ ਵਿੱਚ ਲੱਗ ਕੇ, ਤੇ ਫਿਰ ਪਛਤਾਉਂਦਾ ਹੈ, ਕਿਉਂਕਿ ਉਹ ਆਤਮਿਕ ਸੋਝੀ ਫਿਰ ਦੁਬਾਰਾ ਆਉਂਦੀ ਨਹੀਂ ਛੇਤੀ। ਮਹਾਰਾਜ ਫਰਮਾਨ ਕਰਦੇ ਨੇ, ਬਿਨਵੰਤ ਨਾਨਕ ਸੰਜੋਗ ਭੁੱਲਾ, ਹਰਿ ਜਾਪ ਰਸਨ ਨਾ ਜਾਪਿਆ। ਬੇਨਤੀ ਸਹਿਤ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਿਨਵੰਤ ਨਾਨਕ ਸੰਜੋਗ ਭੁੱਲਾ। ਜਿਹੜੇ ਆਪਾਂ ਕਰਮ ਕਰਦੇ ਆ, ਉਹਨਾਂ ਕਰਮਾਂ ਦੇ ਸੰਜੋਗ ਸਾਡੇ ਨਾਲ ਚੱਲਦੇ ਨੇ। ਜੇ ਮਾੜੇ ਕਰਮ ਨੇ ਤੇ ਮਾੜਾ ਸੰਜੋਗ ਬਣ ਜਾਂਦਾ ਹੈ, ਚੰਗੇ ਕਰਮ ਨੇ ਤੇ ਚੰਗਾ ਸੰਜੋਗ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਜਿਹੜੇ ਮਾੜੇ ਕਰਮ ਕੀਤੇ ਸੀ, ਉਹ ਕਰਮ ਸਾਰੇ ਹੁਣ ਆ ਕੇ ਇਕੱਠੇ ਹੋ ਗਏ। ਉਹਨਾਂ ਕਰਕੇ ਭੁੱਲ ਗਿਆ ਆਪਣੇ ਆਪ ਨੂੰ, ਵੀ ਮੈਂ ਕੌਣ ਹਾਂ, ਮੇਰਾ ਫਰਜ਼ ਕੀ ਹੈ, ਬੰਦਗੀ ਕਰਨ ਵਾਸਤੇ ਆਇਆ, ਕੀ ਕਰਨ ਵਾਸਤੇ ਆਇਆ। ਕਿੰਨਾ ਵੀ ਉਹਨੂੰ ਸਮਝਾਵੋ ਤੁਸੀਂ, ਉਹ ਸਮਝਦਾ ਨਹੀਂ ਹੈ। ਕਾਰਨ ਉਹ ਜਿਹੜੇ ਮਾੜੇ ਕਰਮ ਕੀਤੇ ਸੀ, ਉਹਨਾਂ ਕਰਮਾਂ ਦੇ ਸੰਜੋਗ ਨੇ ਇਹਦੇ ਮੱਤ ਤੇ ਪਰਦਾ ਪਾ ਦਿੱਤਾ। ਹੁਣ ਇਹਨੂੰ ਉਹ ਸਮਝ ਨਹੀਂ ਆ ਰਹੀ, ਕਿਉਂਕਿ ਹੁਣ ਇਹਦਾ ਧਿਆਨ ਉਸੇ ਪਾਸੇ ਲੱਗ ਗਿਆ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਜਾਪ ਰਸਨ ਨਾ ਜਾਪਿਆ। ਭੁੱਲ ਗਿਆ ਆਪਣੇ ਆਪ ਨੂੰ, ਆਪਣੇ ਅਸਲ ਰੂਪ ਨੂੰ, ਹੁਣ ਨਾਮ ਨਹੀਂ ਜਪਦਾ। ਉਸ ਪਾਸੇ ਦਾ ਧਿਆਨ ਹੀ ਨਹੀਂ ਆਉਂਦਾ ਵੀ ਨਾਮ ਜਪਣਾ ਕਿੰਨਾ ਲਾਜ਼ਮੀ ਹੈ, ਕਿੰਨਾ ਜ਼ਰੂਰੀ ਹੈ, ਬੰਦਗੀ ਕਰਨੀ ਕਿੰਨੀ ਜ਼ਰੂਰੀ ਹੈ। ਹੋਰ ਹੋਰ ਕੰਮਾਂ ਦੀ ਇਹ ਟੈਨਸ਼ਨ ਲੈਂਦਾ ਵੀ ਮੈਂ ਉਹ ਕੰਮ ਕਰਨਾ ਹੈ, ਉਹ ਕੰਮ ਕਰਨਾ ਹੈ, ਪਰ ਨਾਮ ਜਪਣ ਵਾਲੇ ਪਾਸੇ ਤੋਂ ਭੁੱਲ ਗਿਆ। ਕਿਉਂਕਿ ਉਹ ਮਾੜੇ ਕਰਮ ਇੰਨੇ ਕੁ ਕਰ ਲਏ, ਉਹਨਾਂ ਨੇ ਇਹਨੂੰ ਭੁਲਾ ਦਿੱਤਾ। ਹੁਣ ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ। ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਸੋਝੀ ਆ ਗਈ,
ਉਹ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰਦੇ ਨੇ, ਹੇ ਮਾਲਕ ਵਾਹਿਗੁਰੂ ਸਾਡੀ ਰੱਖਿਆ ਕਰ, ਸਾਨੂੰ ਵਿਕਾਰਾਂ ਤੋਂ ਬਚਾ ਲੈ, ਤੇਰੇ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ ਹੈ। ਤੁਝ ਬਿਨ ਕੋ ਨਾਹੀ ਪ੍ਰਭ ਰਾਖਣ ਹਾਰਾ ਰਾਮ, ਰੱਖਣ ਵਾਲਾ ਹੋਰ ਕੋਈ ਨਹੀਂ, ਸਾਡੀ ਰੱਖਿਆ ਕਰਨ ਵਾਲਾ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਪਤਤ ਉਦਾਹਰਣ ਹਰ ਬਿਰਦ ਤੁਮਾਰਾ ਰਾਮ, ਹੇ ਮਾਲਕ ਅਸੀਂ ਜੀਵ ਪਤਤ ਹਾਂ, ਪਾਪੀ ਹਾਂ। ਪਤਤਾਂ ਨੂੰ ਉਦਾਹਰਨਾ ਇਹ ਤੇਰਾ ਹੀ ਸੁਭਾਅ ਹੈ, ਤੇਰਾ ਹੀ ਬਿਰਦ ਹੈ, ਇਹ ਤੂੰ ਹੀ ਕਿਰਪਾ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਤਤ ਉਦਾਹਰਣ ਸਰਣ ਸੁਆਮੀ ਕਿਰਪਾ ਨਿਧ ਦਿਆਲਾ, ਤੂੰ ਪਤਤਾਂ ਨੂੰ ਉਦਾਹਰਣ ਵਾਲਾ ਹੈ, ਹੇ ਮਾਲਕ ਸੁਆਮੀ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਤੂੰ ਕਿਰਪਾ ਦਾ ਖਜ਼ਾਨਾ ਹੈ, ਦਿਆਲੂ ਹੈ। ਅੰਧਕੂਪ ਤੇ ਉਦਰ ਕਰਤੇ ਸਗਲ ਘਟ ਪ੍ਰਤਪਾਲਾ, ਸਾਰੇ ਪਾਸੇ ਪਾਲਣਾ ਕਰਨ ਵਾਲੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਸੰਸਾਰ ਦੇ ਅੰਨੇ ਖੂਹ ਦੇ ਵਿੱਚੋਂ ਬਾਹਰ ਕੱਢ ਲੈ। ਸੰਸਾਰ ਅੰਨਾ ਖੂਹ ਹੈ। ਅੰਨਾ ਖੂਹ ਕਿਹਨੂੰ ਕਹਿੰਦੇ ਨੇ? ਪਹਿਲੇ ਸਮਿਆਂ ਵਿੱਚ ਜਿਹੜੇ ਖੂਹ ਹੁੰਦੇ ਸੀ, ਜਿਸ ਖੂਹ ਦੀ ਮੌਣ ਨਹੀਂ ਸੀ ਹੁੰਦੀ, ਉਹਨੂੰ ਕਹਿੰਦੇ ਅੰਨਾ ਖੂਹ ਹੈ। ਭਾਵ ਜਿਹਦੇ ਉੱਪਰ ਚਾਰ ਦੀਵਾਰੀ ਨਹੀਂ ਸੀ ਹੁੰਦੀ, ਪਤਾ ਨਹੀਂ ਸੀ ਲੱਗਦਾ ਵੀ ਅੱਗੇ ਖੂਹ ਹੈ ਕਿ ਨਹੀਂ ਹੈ। ਹਨੇਰੇ ਵਿੱਚ ਕਈ ਲੋਕ ਅਚਨਚੇਤ ਉਹਦੇ ਵਿੱਚ ਗਿਰ ਜਾਂਦੇ ਸਨ। ਤੋ ਇਹ ਸੰਸਾਰ ਅੰਨਾ ਖੂਹ, ਇਹਦੀ ਮੌਣ ਨਹੀਂ ਹੈ। ਇਹਦੇ ਵਿੱਚ ਜਿਹੜਾ ਵੀ ਜੀਵ ਆਉਂਦਾ ਇਹਦੇ ਵਿੱਚ ਗਲਤਾਨ ਹੋ ਜਾਂਦਾ ਹੈ। ਤੋ ਅਰਦਾਸ ਬੇਨਤੀ ਹੈ, ਮਾਲਕ ਵਾਹਿਗੁਰੂ ਕਿਰਪਾ ਕਰ, ਸਾਨੂੰ ਇਸ ਅੰਨੇ ਖੂਹ ਦੇ ਵਿੱਚੋਂ ਕੱਢ ਲੈਣਾ ਕਰ। ਸੰਸਾਰ ਤੇ ਸ਼ਰਨ ਤੇਰੀ ਕਟ ਮਾਂ ਬੇੜੀ, ਕ ਨਾਮ ਦੇ ਆਧਾਰਾ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਸਾਨੂੰ ਵਿਸ਼ੇ ਵਿਕਾਰਾਂ ਦੀ, ਪਾਪ ਕਰਮਾਂ ਦੀ ਬੇੜੀ ਪਈ ਹੋਈ ਹੈ, ਬਹੁਤ ਵੱਡੀ ਬੇੜੀ ਪਈ ਹੈ। ਬੇੜੀ ਮੈਨੇ ਜਿਹੜੀ ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਵਿੱਚ ਬੇੜੀਆਂ ਹੁੰਦੀਆਂ ਨੇ ਨਾ, ਜੇ ਕੈਦੀਆਂ ਵੱਡੇ ਵੱਡੇ ਜਿਹੜੇ ਕੈਦੀਆਂ ਨੇ ਜ਼ੁਲਮ ਕੀਤੇ, ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੁੰਦੀਆਂ ਨੇ। ਇਸੇ ਤਰ੍ਹਾਂ ਸਾਡੇ ਆਤਮਿਕ ਜੀਵਨ ਦੇ ਵਿੱਚ ਇਹ ਬੇੜੀਆਂ ਪਈਆਂ ਨੇ ਪਾਪ ਕਰਮਾਂ ਦੀਆਂ, ਜਿਹੜੀਆਂ ਸਾਨੂੰ ਅੱਗੇ ਤੁਰਨ ਨਹੀਂ ਦਿੰਦੀਆਂ। ਸਾਡਾ ਬਾਣੀ ਪੜ੍ਹਨ ਵਿੱਚ ਮਨ ਕਿਉਂ ਨਹੀਂ ਲੱਗਦਾ? ਕਿਉਂਕਿ ਸਾਨੂੰ ਉਹ ਬੇੜੀਆਂ ਪਈਆਂ ਹੋਈਆਂ ਨੇ। ਸਾਡਾ ਨਾਮ ਜਪਣ ਵਿੱਚ ਮਨ ਕਿਉਂ ਨਹੀਂ ਲੱਗਦਾ? ਕਿਉਂਕਿ ਵਿਸ਼ੇ ਵਿਕਾਰਾਂ ਦੀਆਂ ਉਹ ਬੇੜੀਆਂ ਪਈਆਂ ਹੋਈਆਂ ਨੇ, ਉਹ ਅੱਗੇ ਤੁਰਨ ਹੀ ਨਹੀਂ ਦਿੰਦੀਆਂ। ਤੋ ਅਰਦਾਸ ਬੇਨਤੀ ਹੈ, ਵਾਹਿਗੁਰੂ ਕਿਰਪਾ ਕਰ, ਸਾਡੀਆਂ ਉਹ ਬੇੜੀ ਕੱਟ ਦੇ। ਇੱਕ ਨਾਮ ਦੇ ਆਧਾਰਾ, ਇੱਕ ਨਾਮ ਦਾ ਆਸਰਾ ਦੇ। ਬਿਨਵੰਤ ਨਾਨਕ ਕਰ ਦੇ ਰਾਖੋ, ਗੋਬਿੰਦ ਦੀਨ ਦਿਆਰਾ। ਇਹ ਵਾਹਿਗੁਰੂ ਕਿਰਪਾ ਕਰ, ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰ। ਦੀਨਾਂ ਤੇ ਦਇਆ ਕਰਨ ਵਾਲੇ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰ। ਸੋ ਦਿਨ ਸਫਲ ਗਣਿਆ, ਹਰ ਪ੍ਰਭੂ ਮਿਲਾਇਆ ਰਾਮ। ਜਦੋਂ ਕੋਈ ਇਸ ਤਰ੍ਹਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਬੇਨਤੀ ਕਰੀ ਜਾਂਦਾ ਹੈ, ਇੱਕ ਦਿਨ ਵਾਹਿਗੁਰੂ ਉਸ ਤੇ ਜ਼ਰੂਰ ਕਿਰਪਾ ਕਰਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਹੈ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੈ ਪੁਕਾਰ। ਤੁਸੀਂ ਵਾਹਿਗੁਰੂ ਵਾਹਿਗੁਰੂ ਆਖੀ ਚੱਲੋ, ਕਿਸੇ ਨਾ ਕਿਸੇ ਦਿਨ ਤੇ ਉਹ ਕਿਰਪਾ ਕਰੇਗਾ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਵਾਰ-ਵਾਰ ਉਹਦਾ ਲੜ ਪਕੜ ਕੇ ਅਰਦਾਸ ਕੀਤੀ, ਬਾਣੀ ਪੜ੍ਹੀ ਗਏ, ਇੱਕ ਦਿਨ ਆ ਗਿਆ, ਵਾਹਿਗੁਰੂ ਨੇ ਆਪਣੇ ਵਿੱਚ ਮਿਲਾ ਲਿਆ। ਉਹ ਦਿਨ ਭਾਗਾਂ ਵਾਲਾ ਆ ਗਿਆ, ਸੋ ਦਿਨ ਸਫਲ ਗਣਿਆ। ਉਹ ਦਿਨ ਸਫਲ ਗਿਣਿਆ ਗਿਆ। ਹਰ ਪ੍ਰਭੂ ਮਿਲਾਇਆ ਰਾਮ, ਹਰੀ ਵਾਹਿਗੁਰੂ ਨੇ ਆਪਣੇ ਵਿੱਚ ਮਿਲਾ ਲਿਆ, ਆਪਣੇ ਨਾਲ ਜੋੜ ਲਿਆ। ਸਭ ਸੁਖ ਪ੍ਰਗਟਿਆ, ਦੁਖ ਦੂਰ ਪਰਾਇਆ ਰਾਮ। ਜਦੋਂ ਵਾਹਿਗੁਰੂ ਨੇ ਮਿਲਾਇਆ ਤੇ ਸਾਰੇ ਸੁਖ ਪ੍ਰਗਟ ਹੋ ਗਏ, ਸਾਰੇ ਦੁੱਖ ਦੂਰ ਹੋ ਗਏ।
ਵਾਹਿਗੁਰੂ ਦੇ ਮਿਲਦਿਆਂ ਹੀ ਸਾਰੇ ਦੁੱਖ ਭੱਜ ਜਾਂਦੇ ਨੇ। ਕਿਸੇ ਮਨੁੱਖ ਨੂੰ ਬਹੁਤ ਗਰੀਬੀ ਹੈ, ਦਲਿੱਦਰਤਾ ਹੈ, ਕੋਈ ਰਹਿਣ ਵਾਲਾ ਘਰ ਚੰਗਾ ਨਹੀਂ ਹੈ, ਅਨੇਕ ਤਰ੍ਹਾਂ ਕਰਕੇ ਉਹ ਘਿਰਿਆ ਹੋਇਆ ਹੈ। ਅਚਾਨਕ ਉਹਨੂੰ ਕਿਤੋਂ ਧਨ ਮਿਲ ਜਾਵੇ ਬਹੁਤ ਸਾਰਾ, ਉਹ ਗਰੀਬੀ ਕਰਕੇ, ਦਲਿੱਦਰਤਾ ਕਰਕੇ ਜਿਹੜੇ ਉਹਨੂੰ ਦੁੱਖ ਕਲੇਸ਼ ਚਿੰਬੜੇ ਹੋਏ ਨੇ ਸਾਰੇ ਖਤਮ ਹੋ ਜਾਂਦੇ ਨੇ। ਉਹ ਖੁਸ਼ ਹੋ ਜਾਂਦਾ ਹੈ ਕਿ ਹੁਣ ਮੈਨੂੰ ਕੋਈ ਪਰਵਾਹ ਨਹੀਂ, ਹੁਣ ਮੇਰੇ ਕੋਲ ਬਹੁਤ ਪੈਸਾ ਆ ਗਿਆ ਹੈ, ਹੁਣ ਮੇਰਾ ਗਰੀਬੀ ਕੁਝ ਨਹੀਂ ਵਿਗਾੜ ਸਕਦੀ। ਇਸ ਤਰ੍ਹਾਂ ਜਦੋਂ ਵਾਹਿਗੁਰੂ ਮਿਲ ਗਿਆ, ਵਾਹਿਗੁਰੂ ਦੇ ਨਾਮ ਵਿੱਚ ਮਨ ਜੁੜਦਿਆਂ ਹੀ ਸਾਰੇ ਦੁੱਖ ਪਰਾਏ ਹੋ ਗਏ, ਦੂਰ ਹੋ ਗਏ। ਸੁਖ ਸਹਿਜ ਆਨੰਦ ਵਿਨੋਦ ਸਾਧੀ ਗੁਣ ਗੋਪਾਲ ਨਿਤ ਗਾਈਐ। ਮਹਾਰਾਜ ਕਹਿੰਦੇ ਭਾਈ ਰੋਜ਼ ਵਾਹਿਗੁਰੂ ਦੇ ਗੁਣ ਗਾਇਆ ਕਰੋ, ਰੋਜ਼ ਨਾਮ ਜਪਿਆ ਕਰੋ। ਇਹਦੇ ਵਿੱਚੋਂ ਪ੍ਰਾਪਤ ਕੀ ਹੋਵੇਗਾ? ਸੁਖ ਸਹਿਜ ਆਨੰਦ ਵਿਨੋਦ ਸਾਧੀ। ਸੁਖ ਮਿਲਣਗੇ, ਸਹਿਜ ਅਵਸਥਾ ਮਿਲੇਗੀ ਔਰ ਆਨੰਦਮਈ ਜੀਵਨ ਹੋ ਜਾਵੇਗਾ। ਵਿਨੋਦ ਮੈਨੇ ਕੌਤਕ, ਜੀਵਨ ਸਾਰਾ ਇੱਕ ਕੌਤਕਮਈ ਹੋ ਜਾਵੇਗਾ। ਭਾਵ ਬੜਾ ਸੋਹਣਾ ਹੋ ਜਾਵੇਗਾ। ਜਿਵੇਂ ਆਪਾਂ ਨਾਟਕ ਵੇਖੀਏ ਨਾ ਤੇ ਉਹ ਜਾਂ ਫਿਲਮ ਕੋਈ ਵੇਖੀਏ ਤੇ ਵੇਖਣ ਨੂੰ ਦਿਲ ਕਰੀ ਜਾਂਦਾ ਵੀ ਅੱਗੇ ਹੋਰ ਕੀ ਹੋਵੇਗਾ। ਬੜਾ ਟਰਸਟ ਲੈ ਕੇ, ਬੜਾ ਉਹਦੇ ਵਿੱਚ ਮਨੁੱਖ ਰਸ ਲੈ ਕੇ ਉਹਨੂੰ ਵੇਖਦਾ ਹੈ। ਇਸੇ ਤਰ੍ਹਾਂ ਜਦੋਂ ਨਾਮ ਵਿੱਚ ਮਨ ਜੁੜ ਗਿਆ ਨਾ, ਇਹ ਜੀਵਨ ਦਾ ਹੋਰ ਰਸ ਆਉਣ ਲੱਗ ਜਾਂਦਾ ਹੈ। ਫਿਰ ਇਹ ਜੀਵਨ ਬੋਝ ਨਹੀਂ ਲੱਗਦਾ, ਭਾਰ ਨਹੀਂ ਲੱਗਦਾ। ਭਜ ਸਾਧ ਸੰਗ, ਭਜ ਸਾਧ ਸੰਗੇ ਮਿਲੇ ਰੰਗੇ, ਬੋੜ ਜੋਨ ਨਾ ਧਾਈ ਹੈ। ਇਸ ਕਰਕੇ ਗੁਰੂ ਦੇ ਸੰਗ ਵਿੱਚ ਮਿਲ ਕੇ ਵਾਹਿਗੁਰੂ ਦੇ ਨਾਮ ਨੂੰ ਜਪੋ। ਗੁਰੂ ਦੀ ਸੰਗਤ ਵਿੱਚ ਨਾਮ ਜਪਦਿਆਂ ਇਹ ਮਨ ਰੰਗਿਆ ਜਾਂਦਾ ਹੈ। ਉਹ ਵਾਹਿਗੁਰੂ ਪਰਮਾਤਮਾ ਜੋ ਸਭ ਤਰ੍ਹਾਂ ਕਰਕੇ ਬਖਸ਼ਿਸ਼ਾਂ ਕਰਨ ਵਾਲਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਮੁੜ ਕੇ ਜੀਵ ਆਤਮਾ ਜੋਨੀਆਂ ਵਿੱਚ ਨਹੀਂ ਪੈਂਦੀ। ਗਹਿ ਕੰਠ ਲਾਏ ਸਹਿ ਸੁਭਾਏ ਆਦ ਅੰਕੁਰ ਆਇਆ। ਵਾਹਿਗੁਰੂ ਨੇ ਆਪ ਵਿਕਾਰਾਂ ਵਿੱਚੋਂ ਕੱਢ ਕੇ ਆਪਣੇ ਗਲ ਲਾ ਲਿਆ। ਸਹਿਜ ਦੀ ਅਵਸਥਾ ਬਖਸ਼ੀ, ਆਦ ਅੰਕੁਰ ਆਇਆ, ਅੰਦਰ ਭਗਤੀ ਦਾ ਅੰਕੁਰ ਪ੍ਰਗਟਿਆ। ਜਿਵੇਂ ਆਪਾਂ ਫਸਲ ਬੀਜੀਏ ਨਾ ਤੇ ਸ਼ੁਰੂ ਵਿੱਚ ਜਦੋਂ ਉਹ ਬੀਜ ਪ੍ਰਫੁੱਲਤ ਹੁੰਦਾ ਹੈ ਤੇ ਉਹਦੇ ਬਾਹਰ ਸੂਲਾਂ ਨਿਕਲਦੀਆਂ ਨੇ, ਅੰਕੁਰ ਉਹਨੂੰ ਕਹਿੰਦੇ ਨੇ। ਇਸੇ ਤਰ੍ਹਾਂ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ, ਉਹ ਨਾਮ ਦਾ ਅੰਕੁਰ ਆ ਗਿਆ। ਬਿਨਵੰਤ ਨਾਨਕ ਆਪ ਮਿਲਿਆ, ਬੋੜ ਕਤੂ ਨਾ ਜਾਇਆ। ਉਹ ਵਾਹਿਗੁਰੂ ਮਹਾਰਾਜ ਕਹਿੰਦੇ ਆਪ ਆ ਕੇ ਮਿਲਿਆ। ਬੇਨਤੀ ਸਹਿਤ ਪਾਤਸ਼ਾਹ ਪ੍ਰਮਾਣ ਕਰ ਰਹੇ ਨੇ, ਉਹ ਵਾਹਿਗੁਰੂ ਆਪ ਆ ਕੇ ਮਿਲਿਆ। ਹੁਣ ਮੁੜ ਕੇ ਇਹ ਵਾਹਿਗੁਰੂ ਪਰਮਾਤਮਾ ਕਿਤੇ ਜਾਂਦਾ ਨਹੀਂ। ਇੱਕ ਵਾਰੀ ਮਿਲ ਜਾਵੇ ਉਹ ਫਿਰ ਕਦੇ ਜਾਂਦਾ ਨਹੀਂ ਹੈ, ਪਰ ਉਹਨੂੰ ਮਿਲਣਾ ਹੀ ਬੜਾ ਔਖਾ ਹੈ। ਬਿਨਵੰਤ ਨਾਨਕ ਆਪ ਮਿਲਿਆ, ਬੋੜ ਕਤੂ ਨਾ ਜਾਇਆ। ਮੁੜ ਕੇ ਉਹ ਛੱਡ ਕੇ ਨਹੀਂ ਜਾਂਦਾ, ਇੱਕ ਵਾਰੀ ਉਹ ਮਿਲ ਜਾਵੇ। ਐਸਾ ਵਾਹਿਗੁਰੂ ਨਿਰੰਕਾਰ ਪ੍ਰਾਪਤ ਹੋ ਗਿਆ ਹੈ ਜੋ ਮੁੜ ਕੇ ਕਦੇ ਛੱਡ ਕੇ ਨਹੀਂ ਜਾਂਦਾ। ਇਸ ਤਰ੍ਹਾਂ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।